हाँ जी बेटे, कल ਆਪਾਂ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਸਾਇੰਸਿਸ ਨੂੰ ਸਮਝਣ ਵਾਸਤੇ ਉਹਨਾਂ ਦੀਆਂ ਬ੍ਰਾਂਚੇਸ, ਉਹਨਾਂ ਦੇ ਕੈਟਾਗਰੀਜ਼ ਬਣਾਈਆਂ ਹੋਈਆਂ ਨੇ, ਉਸੇ ਤਰੀਕੇ ਨਾਲ ਆਪਾਂ ਫਿਜ਼ਿਕਸ ਨੂੰ ਵੀ ਅੱਗੇ ਕੈਟਾਗਰਾਈਜ਼ ਕੀਤਾ ਹੋਇਆ ਹੈਗਾ। ਫਿਜ਼ਿਕਸ ਦੇ ਬਹੁਤ ਸਾਰੇ ਫੀਲਡਸ ਨੇ ਤੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਖਾਸੀਅਤਾਂ ਨੇਗੀਆਂ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਵੰਡਿਆ ਹੋਇਆ ਹੈਗਾ। ਤਾਂ ਦੇਖਦੇ ਹਾਂ ਮੇਨ ਬ੍ਰਾਂਚੇਸ ਆਫ ਫਿਜ਼ਿਕਸ ਦੇ ਵਿੱਚ ਕੀ ਕੁਝ ਹੈ, ਫਿਜ਼ਿਕਸ ਦੇ ਵਿੱਚ ਕਿਹੜੀਆਂ ਬ੍ਰਾਂਚੇਸ ਨੇ ਤੇ ਅਸੀਂ ਉਹਨਾਂ ਨੂੰ ਕਿਵੇਂ ਸਟੱਡੀ ਕਰਦੇ ਹਾਂ। ਫਿਜ਼ਿਕਸ ਦੀਆਂ ਮੇਨਲੀ ਜੇ ਆਪਾਂ ਦੇਖੀਏ ਦੋ ਬ੍ਰਾਂਚੇਸ ਨੇ, ਮੈਕਰੋਸਕੋਪਿਕ ਤੇ ਮਾਈਕਰੋਸਕੋਪਿਕ। ਮੈਕਰੋਸਕੋਪਿਕ ਦੇ ਵਿੱਚ ਜੋ ਆਪਣੀ ਦੁਨੀਆ, ਵੱਡੀਆਂ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ, ਛੂਹ ਸਕਦੇ ਹਾਂ, ਫੜ ਸਕਦੇ ਹਾਂ, ਹੈ ਨਾ, ਤੇ ਜਿਹੜੀਆਂ ਆਪਾਂ ਨੂੰ ਨਜ਼ਰ ਆਉਂਦੀਆਂ ਨੇ ਆਪਣੇ ਆਲੇ ਦੁਆਲੇ ਦਾ ਸੰਸਾਰ, ਉਹ ਸਾਰਾ ਮਾਈਕਰੋਸਕੋਪਿਕ ਦੇ ਵਿੱਚ ਹੈ। ਦੂਸਰਾ ਹੈ ਮਾਈਕਰੋਸਕੋਪਿਕ, ਜਿਸ ਨੂੰ ਕੁਆਂਟਮ ਵਰਲਡ ਵੀ ਕਿਹਾ ਜਾਂਦਾ ਹੈ। ਮੈਕਰੋਸਕੋਪਿਕ ਨੂੰ ਅਸੀਂ ਕਲਾਸੀਕਲ ਵਰਲਡ ਕਹਿੰਦੇ ਹਾਂ। ਤੇ ਮਾਈਕਰੋਸਕੋਪਿਕ ਦੇ ਵਿੱਚ ਜਿਵੇਂ ਅਟੋਮਿਕ ਲੈਵਲ ਤੇ ਪਾਰਟੀਕਲਸ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਦੇਖ ਸਕਦੇ, ਮਾਈਕਰੋਸਕੋਪ ਜਾਂ ਇਲੈਕਟ੍ਰੋਨ ਮਾਈਕਰੋਸਕੋਪ ਦੀ ਹੈਲਪ ਤੋਂ ਬਿਨਾਂ ਨਹੀਂ ਦੇਖ ਸਕਦੇ, ਉਹਦੇ ਵਿੱਚ ਮਾਈਕਰੋਸਕੋਪਿਕ ਵਰਲਡ ਆ ਜਾਂਦਾ ਹੈਗਾ, ਜਿਹਦੇ 'ਚ ਐਟਮਸ ਨੇ, ਪ੍ਰੋਟੋਨਸ ਨੇ, ਨਿਊਟਰੋਨਸ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਹੁਣ ਇਹਦੇ 'ਚ ਜੇ ਅਸੀਂ ਮੇਨ ਬ੍ਰਾਂਚਸ ਦੀ ਗੱਲ ਕਰੀਏ, ਉਹਦੇ 'ਚ ਪਹਿਲੀ ਬ੍ਰਾਂਚ ਆਉਂਦੀ ਹੈ ਮਕੈਨਿਕਸ। ਮਕੈਨਿਕਸ ਦੇ ਵਿੱਚ ਅਸੀਂ ਪੜ੍ਹਦੇ ਹਾਂ ਮੋਸ਼ਨ ਔਰ ਇਕਲਿਬਰੀਅਮ ਆਫ ਦਾ ਆਬਜੈਕਟਸ ਬਾਰੇ। ਸਾਡੀ ਇਸ ਦੁਨੀਆ ਦੇ ਵਿੱਚ, ਮਾਈਕਰੋਸਕੋਪਿਕ ਵਰਲਡ ਦੇ ਵਿੱਚ, ਇਸ ਫਿਜ਼ਿਕਸ ਦੇ ਇਸ ਪਾਰਟ ਦੇ ਵਿੱਚ ਨਿਊਟਨਸ ਲਾਅ ਆਫ ਗ੍ਰੈਵੀਟੇਸ਼ਨ ਨੇ ਜਿਹੜੇ ਉਹ ਐਪਲੀਕੇਬਲ ਨੇ। ਇਸ ਕਰਕੇ ਇਸ ਨੂੰ ਕਲਾਸੀਕਲ ਮਕੈਨਿਕਸ ਜਾਂ ਫਿਰ ਨਿਊਟੋਨੀਅਨ ਮਕੈਨਿਕਸ ਵੀ ਕਿਹਾ ਜਾਂਦਾ ਹੈ। ਨੈਕਸਟ ਆਉਂਦੀ ਹੈ ਥਰਮੋਡਾਇਨਮਿਕਸ। ਥਰਮੋਡਾਇਨਮਿਕਸ ਦੇ ਵਿੱਚ ਅਸੀਂ ਹੀਟ, ਟੈਂਪਰੇਚਰ ਜਾਂ ਲਾਰਜ ਨੰਬਰ ਆਫ ਪਾਰਟੀਕਲਸ, ਜਿਵੇਂ ਕਿ ਗੈਸ ਹੋ ਗਈ, ਗੈਸ ਦੇ ਵਿੱਚ ਬਹੁਤ ਸਾਰੇ ਮਾਲੀਕਿਊਲਸ ਨੇ, ਉਸ ਤਰ੍ਹਾਂ ਦੇ ਚੀਜ਼ਾਂ ਨੂੰ ਸਟੱਡੀ ਕਰਦੇ ਹਾਂ। ਇਹਦੇ 'ਚ ਅਸੀਂ ਬਾਡੀਜ਼ ਦੀ ਇੰਟਰਨਲ ਐਨਰਜੀ, ਟੈਂਪਰੇਚਰ, ਵਰਕ ਡਨ, ਇਹ ਚੀਜ਼ਾਂ ਦੇਖਦੇ ਹਾਂ। ਇਸ 'ਚ ਹੀਟ ਇੰਜਨ ਨੇ ਜਿਹੜੇ ਆਪਣੇ, ਜਾਂ ਰੈਫਰੀਜਰੇਟਰਸ ਨੇ, ਉਹਨਾਂ ਦੀ ਸਟੱਡੀ ਥਰਮੋਡਾਇਨਮਿਕਸ ਦੇ ਵਿੱਚ ਕੀਤੀ ਜਾਂਦੀ ਹੈ। ਥਰਮੋ ਦਾ ਮਤਲਬ ਹੈ ਹੀਟ ਐਂਡ ਡਾਇਨਾਮਿਕਸ ਦਾ ਮਤਲਬ ਹੈ ਮੋਸ਼ਨ। ਸੋ ਇਹਦੇ 'ਚ ਟਰਾਂਸਫਰ ਆਫ ਹੀਟ ਦੀ ਗੱਲ ਹੁੰਦੀ ਹੈ। ਅੱਗੇ ਹੈ ਇਲੈਕਟ੍ਰੋਡਾਇਨਾਮਿਕਸ। ਇਲੈਕਟ੍ਰੋ ਦਾ ਮਤਲਬ ਹੈ ਇਲੈਕਟ੍ਰੀਸਿਟੀ ਤੇ ਡਾਇਨਾਮਿਕਸ ਦਾ ਮਤਲਬ ਇਨ ਮੋਸ਼ਨ, ਮਤਲਬ ਇਲੈਕਟ੍ਰੀਸਿਟੀ ਇਨ ਮੋਸ਼ਨ। ਅਸੀਂ ਚਾਰਜਿਸ ਇਨ ਮੋਸ਼ਨ ਦੀ ਵੀ ਇਹ 'ਚ ਸਟੱਡੀ ਕਰਦੇ ਹਾਂ। ਇਸ 'ਚ ਮੇਨਲੀ ਅਸੀਂ ਇਲੈਕਟ੍ਰੀਸਿਟੀ, ਚਾਰਜਿਸ, ਮੈਗਨੇਟਿਜ਼ਮ ਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਬਾਰੇ ਪੜ੍ਹਦੇ ਹਾਂ, ਜਿਸ 'ਚ ਕੂਲਮਸ ਲਾਅ, ਔਸਟਰਡਸ ਲਾਅ, ਐਂਪੀਅਰ, ਫੈਰਾਡੇ, ਇਹ ਜਿਹੜੇ ਤੁਸੀਂ ਬੰਦੇ 10th ਕਲਾਸ ਦੇ ਵਿੱਚ ਵੀ ਪੜ੍ਹੇ ਨੇਗੇ। ਕੂਲਮਸ ਲਾਅ ਤੁਸੀਂ ਪੜ੍ਹਿਆ 10th ਦੇ ਵਿੱਚ, ਤੁਸੀਂ ਐਂਪੀਅਰ ਕਰੰਟ ਦਾ ਯੂਨਿਟ ਹੁੰਦਾ ਹੈ ਵੀ ਪੜ੍ਹਿਆ ਹੈ, ਤੁਸੀਂ ਔਸਟਡ ਐਕਸਪੈਰੀਮੈਂਟ ਵੀ ਪੜ੍ਹਿਆ ਹੈ ਕਿ ਵਾਇਰ ਦੇ ਨੇੜੇ ਜਦੋਂ ਅਸੀਂ ਕੰਪਸ ਰੱਖਦੇ ਹਾਂ, ਉਸ 'ਚੋਂ ਕਰੰਟ ਪਾਸ ਕਰਾਉਂਦੇ ਹਾਂ ਵਾਇਰ 'ਚੋਂ, ਤਾਂ ਕੰਪਸ ਜਿਹੜੀ ਆ ਉਹ ਹਿਲਦੀ ਹੈ, ਡਿਫਲੈਕਟ ਹੁੰਦੀ ਹੈ। ਫੈਰਾਡੇਜ਼ ਲਾਅ ਵੀ ਤੁਸੀਂ ਪੜ੍ਹਿਆ ਹੈ। ਫੈਰਾਡੇ DC ਮੋਟਰ ਜਿਹੜੀ ਹੈ ਉਹ ਵੀ ਤੁਸੀਂ ਦੇਖੀ ਹੈ। ਸੋ ਇਹ ਚੀਜ਼ਾਂ ਅਸੀਂ ਇਹਦੇ 'ਚ ਪੜ੍ਹਦੇ ਹਾਂ। ਇਹਦੇ 'ਚ ਹੋਰ ਅੱਗੇ ਮੈਕਸਵੈਲਸ ਲਾਅ ਨੇ ਜਿਹੜੇ, ਉਹ ਵੀ ਇਸ ਬ੍ਰਾਂਚ ਦੇ ਵਿੱਚ ਅਸੀਂ ਪੜ੍ਹਦੇ ਹਾਂ। ਨੈਕਸਟ ਹੈ ਜੀ ਆਪਟਿਕਸ। ਆਪਟਿਕਸ ਦੇ ਵਿੱਚ ਇਹ ਵੀ ਤੁਸੀਂ 10th ਦੇ ਵਿੱਚ ਚੈਪਟਰ ਪੜ੍ਹਿਆ, ਜਿਸ 'ਚ ਤੁਸੀਂ ਲੈਂਸ, ਮਿਰਰ, ਇਮੇਜਸ ਫਾਰਮੇਸ਼ਨ, ਲਾਈਟ, ਹੈ ਨਾ, ਤੇ ਰਿਫਲੈਕਸ਼ਨ ਆਫ ਲਾਈਟ, ਰਿਫਰੈਕਸ਼ਨ ਆਫ ਲਾਈਟ, ਇਹ ਚੀਜ਼ਾਂ ਸਾਰੀਆਂ ਪੜ੍ਹੀਆਂ ਨੇ। ਇਹ ਕੀ ਹੈ? ਆਪਟਿਕਸ ਹੈ। ਫਿਰ ਸਾਡੇ ਕੋਲ ਆ ਜਾਂਦੀ ਹੈ ਰਿਲੇਟਿਵਿਟੀ। ਰਿਲੇਟਿਵਿਟੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਨੇਚਰ ਦੇ ਵਿੱਚ ਇਨਵੇਰੀਐਂਸ ਹੈ, ਨੇਚਰ ਦੇ ਵਿੱਚ ਬਦਲਾਅ ਨਹੀਂ ਆਉਂਦਾ। ਕਿਸ ਚੀਜ਼ ਦੇ ਵਿੱਚ? ਸਪੀਡ ਆਫ ਲਾਈਟ ਦੇ ਵਿੱਚ। ਇਸ 'ਚ ਅਸੀਂ ਚੀਜ਼ਾਂ ਦੀ ਜਿਹੜੀ ਸਪੀਡ ਹੈ ਲਾਈਟ ਦੇ ਕੰਪੇਅਰੇਬਲ ਹੁੰਦੀ ਹੈ, ਉਸ ਕੇਸ 'ਚ ਅਸੀਂ ਉਹਨਾਂ ਨੂੰ ਸਟੱਡੀ ਕਰਦੇ ਹਾਂ ਵੀ ਕੀ ਇਫੈਕਟ ਹੋਊਗਾ। ਨੈਕਸਟ ਆਉਂਦੀ ਹੈ ਕੁਆਂਟਮ ਮਕੈਨਿਕਸ। ਕੁਆਂਟਮ ਮਕੈਨਿਕਸ ਆਪਾਂ ਸਟਾਰਟਿੰਗ 'ਚ ਗੱਲ ਕਰ ਚੁੱਕੇ ਹਾਂ। ਕੁਆਂਟਮ ਜਿਹੜਾ ਵਰਡ ਹੈ ਉਹ ਕੁਆਂਟਾ ਤੋਂ ਬਣਿਆ ਹੈ। ਕੁਆਂਟਾ ਦਾ ਮਤਲਬ ਹੁੰਦਾ ਹੈ એનર્ਜੀ ਪੈਕੇਟ। ਸੋ ਇਸ ਵਰਲਡ ਦੇ ਵਿੱਚ, ਇਸ ਮਾਈਕਰੋਸਕੋਪਿਕ ਵਰਲਡ ਦੇ ਵਿੱਚ, ਐਟਮਸ ਦੀ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਕੁਆਂਟਾਈਜ਼ਡ ਹੁੰਦੀਆਂ ਨੇ, ਛੋਟੇ ਛੋਟੇ ਪੈਕੇਟਸ ਦੀ ਫਾਰਮ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ, એનર્ਜੀ ਪੈਕੇਟਸ। ਸੋ ਇਸ 'ਚ ਅਸੀਂ ਐਟਮਸ ਬਾਰੇ, ਨਿਊਕਲੀਅਸ ਬਾਰੇ, ਫੋਟੋਨਸ ਬਾਰੇ, ਇਲੈਕਟ੍ਰੋਨਸ ਬਾਰੇ ਤੇ ਹੋਰ ਛੋਟੇ ਪਾਰਟੀਕਲਸ ਜਿਨ੍ਹਾਂ ਨੂੰ ਅਸੀਂ ਐਲੀਮੈਂਟਰੀ ਪਾਰਟੀਕਲਸ ਕਹਿੰਦੇ ਹਾਂ, ਉਹਦੇ ਬਾਰੇ ਪੜ੍ਹਦੇ ਹਾਂ। ਫਿਰ ਆ ਜਾਂਦੀ ਹੈ ਨਿਊਕਲੀਅਰ ਫਿਜ਼ਿਕਸ। ਨਿਊਕਲੀਅਰ ਫਿਜ਼ਿਕਸ ਦੇ ਵਿੱਚ ਅਸੀਂ ਸਪੈਸ਼ਲੀ
ਨਿਊਕਲੀਅਸ ਦੀ ਸਟੱਡੀ ਕਰਦੇ ਹਾਂ, ਐਟੋਮਿਕ ਨਿਊਕਲੀਅਸ ਤੇ ਉਸ ਦੀਆਂ ਪ੍ਰੋਪਰਟੀਜ਼ ਦੀ। ਫਿਰ ਹੈ ਪਾਰਟੀਕਲ ਫਿਜ਼ਿਕਸ। ਪਾਰਟੀਕਲ ਫਿਜ਼ਿਕਸ ਦੇ ਵਿੱਚ ਹੋਰ ਛੋਟੇ ਐਲੀਮੈਂਟਰੀ ਪਾਰਟੀਕਲਸ ਆ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਅਸੀਂ ਪ੍ਰੋਟੋਨ ਕਿਸ ਤੋਂ ਬਣਿਆ ਹੋਇਆ, ਨਿਊਟਰੋਨ ਕਿਸ ਤੋਂ ਬਣੇ ਹੋਏ ਨੇ, ਉਹ ਅੱਗੇ ਹੋਰ ਉਹਨਾਂ ਦੀ ਕੀ ਸਟਰਕਚਰ ਹੈ, ਐਸਾ ਕੁਝ ਅਸੀਂ ਸਟੱਡੀ ਕਰਦੇ ਹਾਂ। ਫਿਰ ਉਸ ਤੋਂ ਬਾਅਦ ਫਿਜ਼ਿਕਸ ਦੇ ਵਿੱਚ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਹੋੜ ਲੱਗੀ ਹੋਈ ਹੈ ਕਿ ਕਿਵੇਂ ਨਾ ਕਿਵੇਂ ਇਹ ਦੋ ਚੀਜ਼ਾਂ ਪੋਸੀਬਲ ਹੋ ਜਾਣ। ਪਹਿਲੀ, ਅਸੀਂ ਸਾਰੇ ਚੀਜ਼ਾਂ ਵਾਸਤੇ ਉਹਨਾਂ ਦੀ ਐਕਸਪਲੇਨੇਸ਼ਨ ਵਾਸਤੇ ਇੱਕ ਜਾਂ ਦੋ ਲਾਅ ਬਣਾਉਣੇ ਚਾਹੁੰਦੇ ਹਾਂ, ਵੀ ਇਹ ਨਹੀਂ ਹੈ ਵੀ ਆਪਟਿਕਸ ਦੇ ਅਲੱਗ ਲਾਅ ਨੇ, ਇਲੈਕਟ੍ਰੀਸਿਟੀ ਦੇ ਅਲੱਗ ਨੇ, ਮਕੈਨਿਕਸ ਦੇ ਅਲੱਗ ਨੇ, ਥਰਮੋਡਾਇਨਮਿਕਸ ਦੇ ਅਲੱਗ ਨੇ। ਨਹੀਂ, ਅਸੀਂ ਚਾਹੁੰਦੇ ਹਾਂ ਵੀ ਸਿਰਫ ਇੱਕ ਜਾਂ ਦੋ ਲਾਅ ਅਸੀਂ ਐਸੇ ਲੱਭ ਲਈਏ ਜਿਨ੍ਹਾਂ ਦੇ ਬੇਸ 'ਤੇ ਸਾਰੇ ਫਿਨੋਮੀਨਨਸ ਨੇ ਜਿਹੜੇ ਉਹ ਐਕਸਪਲੇਨ ਹੋ ਜਾਣ, ਉਹ ਯੂਨੀਫਾਈ ਹੋ ਜਾਣ, ਇੱਕੋ ਹੀ ਚੀਜ਼ ਦੇ ਵਿੱਚ ਆ ਜਾਣ। ਤਾਂ ਇਹਨੂੰ ਅਸੀਂ ਕਹਿੰਦੇ ਹਾਂ ਯੂਨੀਫਿਕੇਸ਼ਨ ਥਿਓਰੀ। ਸੋ ਇਹ ਜਿਹੜੀ ਯੂਨੀਫਿਕੇਸ਼ਨ ਥਿਓਰੀ ਹੈ, ਇਹਦੇ ਵਾਸਤੇ ਰਿਸਰਚ ਕੁਐਸਟ ਲਗਾਤਾਰ ਚੱਲ ਰਹੀ ਹੈ। ਜਿਵੇਂ ਨਿਊਟਨ ਨੇ ਲਾਅ ਆਫ ਗ੍ਰੈਵੀਟੇਸ਼ਨ ਦੱਸ ਕੇ ਪਲੈਨਟਸ ਦੀ ਮੋਸ਼ਨ ਨੂੰ, ਬਾਡੀਜ਼ ਦੀ ਫ੍ਰੀ ਫਾਲ ਨੂੰ, ਜਾਂ ਬਾਡੀ ਦੀ ਅਰਥ 'ਤੇ ਮੋਸ਼ਨ ਨੂੰ ਐਕਸਪਲੇਨ ਕਰਤਾ ਸੀ। ਉਹਨੇ ਬਹੁਤ ਸਾਰੀਆਂ ਚੀਜ਼ਾਂ ਇੱਕ ਲਾਅ ਦੇ ਵਿੱਚ ਇਕੱਠੀਆਂ ਕਰਤੀਆਂ ਸੀ। ਇਸ ਤਰੀਕੇ ਨਾਲ ਹੀ ਅਸੀਂ ਯੂਨੀਫਿਕੇਸ਼ਨ ਲਾਅ ਹੈ ਜਿਹੜਾ ਉਹ ਲੱਭ ਰਹੇ ਹਾਂ। ਇਹਨੂੰ ਅਸੀਂ ਗ੍ਰੈਂਡ ਯੂਨੀਫਿਕੇਸ਼ਨ ਥਿਓਰੀ ਵੀ ਕਹਿੰਦੇ ਹਾਂ ਕਦੇ ਕਦੇ, ਜਿਹੜੀ ਕਿ ਅਸੀਂ ਲੱਭਣ ਵੱਲ ਵੱਧ ਰਹੇ ਹਾਂ ਲਗਾਤਾਰ। ਦੂਸਰੀ ਚੀਜ਼ ਹੈ ਰਿਡਕਸ਼ਨ। ਰਿਡਕਸ਼ਨ ਕੀ ਹੈ? ਰਿਡਕਸ਼ਨ ਹੈ ਕਿ ਅਸੀਂ ਵੱਡੀਆਂ ਚੀਜ਼ਾਂ ਨੂੰ, ਵੱਡੇ ਫਿਨੋਮੀਨਾਜ਼ ਨੂੰ ਮਾਈਕਰੋਸਕੋਪਿਕ ਲੈਵਲ ਯਾਨੀ ਕਿ ਐਟੋਮਿਕ ਲੈਵਲ, ਮੋਲੀਕਿਊਲ ਲੈਵਲ 'ਤੇ ਐਕਸਪਲੇਨ ਕਰਨਾ ਚਾਹੁੰਦੇ ਹਾਂ। ਜਿਵੇਂ ਅਸੀਂ ਕਹਿੰਦੇ ਹਾਂ ਮਾਈਕਰੋ ਗ੍ਰੈਵਿਟੀ ਦੀ ਗੱਲ ਕਰਦੇ ਹਾਂ। ਅਸੀਂ ਮਾਈਕਰੋ ਗ੍ਰੈਵਿਟੀ ਜਿਹੜੀ ਹੈ ਉਹ ਕੀ ਹੈ? ਉਹ ਵੱਡੇ ਪਾਰਟੀਕਲਸ ਦਾ ਇੱਕ ਲਾਅ ਹੈ ਜੋ ਕਿ ਮੈਟਰ ਨੂੰ ਬੰਨ੍ਹ ਕੇ ਰੱਖਦੀ ਹੈ, ਇੱਕ ਐਸੀ ਫੋਰਸ ਹੈ। ਬਟ ਅਸੀਂ ਚਾਹੁੰਦੇ ਹਾਂ ਕਿ ਗ੍ਰੈਵਿਟੀ ਨੂੰ ਅਸੀਂ ਐਟੋਮਿਕ ਲੈਵਲ 'ਤੇ, ਮੋਲੀਕੂਲਰ ਲੈਵਲ 'ਤੇ ਵੀ ਐਕਸਪਲੇਨ ਕਰ ਸਕੀਏ, ਉੱਥੋਂ ਵੀ ਉਹਦਾ ਓਰੀਜਨ ਲੱਭ ਸਕੀਏ ਵੀ ਉਹ ਕਿਵੇਂ ਬਣਦੀ ਹੈ। ਇਹਦੇ ਵਾਸਤੇ ਅਸੀਂ ਦੇਖਦੇ ਹਾਂ ਕਿ ਗ੍ਰੈਵਿਟੀ ਬਣਦੀ ਕਿਹਦੇ ਨਾਲ ਹੈ? ਗ੍ਰੈਵਿਟੀ ਬਣਦੀ ਹੈ ਗ੍ਰੈਵੀਟੋਨਸ ਨਾਮ ਦੇ ਪਾਰਟੀਕਲ ਜੋ ਆਪਸ 'ਚ ਬਾਡੀਜ਼ ਸ਼ੇਅਰ ਕਰਦੀਆਂ ਨੇ, ਉਹਨਾਂ ਨਾਲ ਬਣਦੀ ਹੈ। ਐਗਜ਼ਾਮਪਲ ਰਿਡਕਸ਼ਨ ਦੀ ਅਗਰ ਅਸੀਂ ਦੇਖੀਏ ਤਾਂ ਥਰਮੋਡਾਇਨਮਿਕਸ ਆ ਜਿਹੜੀ, ਜਿਸ ਦੇ ਵਿੱਚ ਅਸੀਂ ਹੀਟ ਦੇ ਟੈਂਪਰੇਚਰ ਦੀ ਸਟੱਡੀ ਕਰਦੇ ਹਾਂ, ਉਹਦੇ 'ਚ ਅਸੀਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹਦੀਆਂ ਮੈਟਰ ਦੀਆਂ ਵੱਡੀਆਂ ਪ੍ਰੋਪਰਟੀ, ਜਿਵੇਂ ਟੈਂਪਰੇਚਰ ਹੋ ਗਿਆ, એનર્ਜੀ ਹੋ ਗਈ, ਉਹਦੀ ਗਰਮੀ ਹੋ ਗਈ, ਉਹਨਾਂ ਨੂੰ ਅਸੀਂ ਉਹਨਾਂ ਦੇ ਮੋਲੀਕੂਲਰ ਬਿਹੇਵੀਅਰ ਦੇ ਨਾਲ ਐਕਸਪਲੇਨ ਕਰ ਸਕਦੇ ਹਾਂ। ਜਿਵੇਂ ਟੈਂਪਰੇਚਰ ਨੂੰ ਅਸੀਂ ਕਹਿੰਦੇ ਹਾਂ ਇਟ ਇਜ਼ ਦੀ ਐਵਰੇਜ ਕਿਨੈਟਿਕ ਐਨਰਜੀ ਆਫ ਦਾ ਮੋਲੀਕਿਊਲਸ, ਕਿ ਕਿਸੇ ਗੈਸ ਦੇ ਜਿਹੜੇ ਮੋਲੀਕਿਊਲਸ ਨੇ ਉਹਨਾਂ ਦੀ ਜਿਹੜੀ ਕਿਨੈਟਿਕ ਐਨਰਜੀ ਹੋਊਗੀ ਉਸੇ ਹਿਸਾਬ ਨਾਲ ਹੀ ਉਸ ਗੈਸ ਦਾ ਟੈਂਪਰੇਚਰ ਹੋਊਗਾ। ਤਾਂ ਟੈਂਪਰੇਚਰ ਨੂੰ ਹੁਣ ਅਸੀਂ ਮੋਲੀਕਿਊਲਸ ਦੇ ਨਾਲ ਰਿਲੇਟ ਕਰਕੇ ਐਕਸਪਲੇਨ ਕਰਤਾ ਗੈਸ ਨੂੰ। ਇਹ ਅਸੀਂ ਚਾਹੁੰਦੇ ਹਾਂ ਰਿਡਕਸ਼ਨ 'ਚ, ਅਸੀਂ ਵੱਡੀਆਂ ਚੀਜ਼ਾਂ ਨੂੰ ਛੋਟੀਆਂ ਚੀਜ਼ਾਂ ਮਾਈਕਰੋਸਕੋਪਿਕ ਵਰਲਡ ਦੇ ਬੇਸ 'ਤੇ ਐਕਸਪਲੇਨ ਕਰਨਾ ਚਾਹੁੰਦੇ ਹਾਂ। ਦਿਸ ਇਜ਼ ਦੀ ਰਿਡਕਸ਼ਨ। ਦੋ ਚੀਜ਼ਾਂ ਅਸੀਂ ਚਾਹੁੰਦੇ ਹਾਂ, ਯੂਨੀਫਿਕੇਸ਼ਨ, ਬਹੁਤ ਸਾਰੇ ਲਾਅਜ਼ ਦੀ ਜਗ੍ਹਾ 'ਤੇ ਅਸੀਂ ਕੁਝ ਕੁ ਲਾਅ ਚਾਹੁੰਦੇ ਹਾਂ ਜਿਨ੍ਹਾਂ ਨਾਲ ਬਹੁਤ ਚੀਜ਼ਾਂ ਜਾਂ ਸਾਰੀਆਂ ਚੀਜ਼ਾਂ ਐਕਸਪਲੇਨ ਹੋ ਸਕਣ। ਇਸ ਨੂੰ ਅਸੀਂ ਕਹਿੰਦੇ ਹਾਂ ਯੂਨੀਫਿਕੇਸ਼ਨ, ਗ੍ਰੈਂਡ ਯੂਨੀਫਿਕੇਸ਼ਨ ਥਿਓਰੀ। ਦੂਸਰਾ ਹੈ ਰਿਡਕਸ਼ਨ। ਅਸੀਂ ਵੱਡੇ ਆਬਜੈਕਟਸ ਦੀਆਂ ਜਿਹੜੀਆਂ ਫਿਨੋਮੀਨਨਸ ਨੇ, ਬਿਹੇਵੀਅਰ ਹੈ, ਉਹਨਾਂ ਨੂੰ ਅਸੀਂ ਵੱਡੀਆਂ ਘਟਨਾਵਾਂ ਨੂੰ ਛੋਟੇ ਮਾਈਕਰੋਸਕੋਪਿਕ ਲੈਵਲ 'ਤੇ ਬੇਸ 'ਤੇ ਐਕਸਪਲੇਨ ਕਰਨਾ ਚਾਹੁੰਦੇ ਹਾਂ। ਯੂਨੀਫਿਕੇਸ਼ਨ ਦੇ ਕੁਝ ਜੇ ਆਪਾਂ ਐਗਜ਼ਾਮਪਲਸ ਦੇਖੀਏ ਤਾਂ ਇਹ ਯੂਨੀਫਿਕੇਸ਼ਨ ਦੀਆਂ ਕੁਝ ਐਗਜ਼ਾਮਪਲਸ ਨੇ। ਜਿਸ ਤਰ੍ਹਾਂ ਆਈਜ਼ੈਕ ਨਿਊਟਨ ਨੇ ਯੂਨੀਫਾਈਡ ਟੈਰੇਸਟਰੀਅਲ ਤੇ ਸੈਲੇਸਟੀਅਲ ਬਾਡੀਜ਼ ਨੇ ਜਿਹੜੀਆਂ ਉਹ ਲਈਆਂ। ਟੈਰੇਸਟਰੀਅਲ ਬਾਡੀਜ਼ ਨੇ ਜਿਹੜੀਆਂ ਜੋ ਬਹੁਤ ਦੂਰ ਨੇ ਪਰ ਸਾਡੀ ਅਰਥ ਦੇ ਉੱਪਰ ਹੀ ਨੇ। ਸੈਲੇਸਟੀਅਲ ਬਾਡੀਜ਼ ਉਹ ਨੇ ਜਿਹੜੀਆਂ ਸਾਡੀ ਅਰਥ ਤੋਂ ਬਾਹਰ ਨੇ, ਜਿਵੇਂ ਮੂਨ ਹੈ, ਹੋਰ ਪਲੈਨਟਸ ਨੇ, ਸਟਾਰਸ ਨੇ, ਇਹ ਨੇ। ਟੈਰੇਸਟਰੀਅਲ ਸਾਡੀ ਧਰਤੀ ਦੇ ਉੱਪਰ ਹੀ, ਜਿਵੇਂ ਦੂਰ ਦੀਆਂ ਕੋਈ ਚੀਜ਼ਾਂ, ਕੋਈ ਬਿਲਡਿੰਗ ਹੋ ਗਈ ਹੈ ਨਾ, ਉੱਪਰੋਂ ਕੋਈ ਚੀਜ਼ ਡਿੱਗ ਰਹੀ ਹੈ ਜਾਂ ਦਰਖਤ ਨੇ ਦੂਰ, ਉਹ ਸਾਡੀਆਂ ਟੈਰੇਸਟਰੀਅਲ ਬਾਡੀਜ਼ ਨੇ ਜਿਨ੍ਹਾਂ ਨੂੰ ਅਸੀਂ ਟੈਲੀਸਕੋਪ ਨਾਲ ਦੇਖਦੇ ਹਾਂ ਇੱਥੇ ਬੈਠ ਕੇ। ਸੈਲੇਸਟੀਅਲ ਬਾਡੀਜ਼ ਜਿਹੜੀਆਂ ਧਰਤੀ ਤੋਂ ਬਾਹਰ ਨੇਗੀਆਂ, ਤਾਂ ਉਹਨੇ ਇਹਨਾਂ ਦੋਨਾਂ ਨੂੰ ਹੀ ਯੂਨੀਫਾਈ ਕਰਤਾ, ਇੱਕ ਥਿਊਰੀ ਨੇ ਐਕਸਪਲੇਨ ਕਰਤਾ ਕਿਵੇਂ ਜਿਹੜਾ ਉਹਦਾ ਲਾਅ ਆਫ ਗ੍ਰੈਵੀਟੇਸ਼ਨ ਹੈ ਉਹ ਧਰਤੀ 'ਤੇ ਮੌਜੂਦ ਚੀਜ਼ਾਂ ਦੇ ਉੱਤੇ ਵੀ ਐਪਲੀਕੇਬਲ ਹੈ। ਚਾਹੇ ਕੋਈ ਬਾਲ ਗਿਰ ਰਹੀ ਹੈ, ਬਾਲ ਰੁੜੀ ਜਾਂਦੀ ਹੈ, ਚਾਹੇ ਕੋਈ ਬੰਦਾ ਡਿੱਗ ਰਿਹਾ ਹੈ, ਚਾਹੇ ਉਹ ਜ਼ਮੀਨ 'ਤੇ ਤੁਰਿਆ ਜਾਂਦਾ ਹੈ। ਨਾਲ ਦੀ ਨਾਲ ਉਹਨੇ ਮੂਨ ਦੀ ਅਰਥ ਦੇ ਅਰਾਊਂਡ ਮੋਸ਼ਨ, ਅਰਥ ਦੀ ਸਨ ਦੇ ਅਰਾਊਂਡ ਮੋਸ਼ਨ, ਪਲੈਨਟਸ ਦੀ ਸਨ ਦੇ ਅਰਾਊਂਡ ਮੋਸ਼ਨ ਜਿਹੜੀ ਹੈ
ਉਸ ਨੂੰ ਵੀ ਸੇਮ ਫਿਨੋਮੀਨਾ ਨਾਲ ਐਕਸਪਲੇਨ ਕਰਿਆ ਗ੍ਰੈਵੀਟੇਸ਼ਨ ਦੇ ਨਾਲ। ਤਾਂ ਉਹਨੇ ਇੱਕ ਥਿਊਰੀ ਨਾਲ ਬਹੁਤ ਚੀਜ਼ਾਂ ਐਕਸਪਲੇਨ ਕਰਦੀਆਂ ਵੀ ਪਲੈਨਟਸ ਕਿਉਂ ਘੁੰਮ ਰਹੇ ਨੇ, ਜਾਂ ਮੂਨ ਕਿਉਂ ਅਰਥ ਨੂੰ ਰਿਵੋਲਵ ਕਰ ਰਿਹਾ ਹੈ, ਜਾਂ ਇਹ ਯੂਨੀਵਰਸ ਬਣਿਆ ਕਿਵੇਂ ਹੋਇਆ ਹੈਗਾ, ਗ੍ਰੈਵੀਟੇਸ਼ਨ ਨਾਲ ਬਣਿਆ ਹੋਇਆ, ਉਹਦੇ ਨਾਲ ਮੈਟਰ ਆਪਸ 'ਚ ਜੁੜਿਆ ਹੋਇਆ। ਇਸੇ ਤਰੀਕੇ ਨਾਲ ਹਾਂਸ ਕ੍ਰਿਸਚਨ ਔਸਟਰਡ, ਇਹ ਐਕਸਪੈਰੀਮੈਂਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਇੱਕ ਵਾਇਰ ਦੇ ਵਿੱਚੋਂ ਕਰੰਟ ਪਾਸ ਕੀਤਾ, ਕਰੰਟ ਪਾਸ ਹੋਣ ਨਾਲ ਉਹਦੇ ਕੋਲੇ ਪਈ ਹੋਈ ਮੈਗਨੈਟਿਕ ਨੀਡਲ ਹਿੱਲਣ ਲੱਗ ਗਈ। ਤਾਂ ਉਹਨੇ ਇੱਕ ਥਿਊਰੀ ਦੇ ਵਿੱਚ ਐਕਸਪੈਰੀਮੈਂਟਲੀ ਇਹ ਸ਼ੋਅ ਕਰਤਾ ਵੀ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਯਾਨੀ ਕਿ ਕਰੰਟ ਤੇ ਮੈਗਨੈਟਿਕ ਫੀਲਡ ਆਪਸ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਕਨੈਕਟਡ ਨੇ, ਇਹਨਾਂ 'ਚ ਕੋਈ ਸੰਬੰਧ ਹੈ, ਤਾਂ ਹੀ ਕਰੰਟ ਲੰਘਣ ਨਾਲ ਮੈਗਨੈਟਿਕ ਨੀਡਲ ਹਿੱਲ ਰਹੀ ਹੈ। ਸੇਮ ਫਿਰ ਅੱਗੇ ਮਾਈਕਲ ਫੈਰਾਡੇ ਨੇ ਵੀ ਕੀਤਾ, ਉਸਨੇ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਮਤਲਬ ਤੁਸੀਂ ਇਹ ਪੜ੍ਹਿਆ ਹੈ ਕਿ ਏਸੀ ਜਨਰੇਟਰ 10th ਦੇ ਵਿੱਚ ਪੜ੍ਹਿਆ ਹੈਗਾ, ਉਹ 'ਚ ਤੁਸੀਂ ਦੇਖਿਆ ਹੈ ਵੀ ਜਦੋਂ ਵੀ ਉਸ ਜਿਹੜੀ ਕੁਆਇਲ ਹੁੰਦੀ ਹੈ ਜਨਰੇਟਰ ਦੀ, ਉਹਦੇ ਵਿੱਚੋਂ ਅਸੀਂ ਉਹਨੂੰ ਜਦੋਂ ਅਸੀਂ ਦੋ ਮੈਗਨੇਟਸ ਦੇ ਵਿਚਾਲੇ ਘੁਮਾਉਂਦੇ ਹਾਂ ਤਾਂ ਕਰੰਟ ਪੈਦਾ ਹੁੰਦਾ। ਠੀਕ, ਤਾਂ ਇਸ ਤਰ੍ਹਾਂ ਫੈਰਾਡੇ ਨੇ ਵੀ ਇਹ ਚੀਜ਼ ਜਿਹੜੀ ਹੈ ਉਹ ਰਿਲੇਟ ਕੀਤੀ ਕਿ ਇਲੈਕਟ੍ਰਿਸਿਟੀ ਤੇ ਮੈਗਨੇਟਿਜ਼ਮ ਆਪਸ 'ਚ ਇੰਟਰਲਿੰਕਡ ਨੇ। ਫਿਰ ਆਪਾਂ ਆਇਨਸਟਾਈਨ ਦੀ ਗੱਲ ਕਰੀਏ, ਆਇਨਸਟਾਈਨ ਕਲਾਰਕ ਮੈਕਸਵੈਲ ਨੇ ਆਪਟਿਕਸ, ਲਾਈਟ, ਇਲੈਕਟ੍ਰਿਸਿਟੀ ਤੇ ਮੈਗਨੇਟਿਜ਼ਮ ਤਿੰਨਾਂ ਚੀਜ਼ਾਂ ਨੂੰ ਇੱਕ ਥਿਊਰੀ 'ਚ ਕੰਬਾਈਨ ਕਰਤਾ। ਮੈਕਸਵੈਲ ਦੀਆਂ 4 ਇਕੁਏਸ਼ਨਸ ਨੇਗੀਆਂ, ਉਹ 'ਚ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕੰਬਾਈਨ ਕੀਤੀਆਂ ਨੇ। ਉਹਨੇ ਕਿਹਾ ਕਿ ਲਾਈਟ ਕੀ ਹੈ, ਕਿ ਇਲੈਕਟ੍ਰੋਮੈਗਨੈਟਿਕ ਵੇਵ ਹੈ, ਮਤਲਬ ਜਿਹੜੀ ਆਪਟਿਕਸ ਹੈ, ਜਿਹੜੀ ਰੌਸ਼ਨੀ ਲਾਈਟ ਸੀਗੀ, ਉਹਨੂੰ ਵੀ ਇਲੈਕਟ੍ਰਿਸਿਟੀ ਤੇ ਮੈਗਨੇਟਿਜ਼ਮ ਦੇ ਨਾਲ ਜੋੜਤਾ। ਸੋ ਉਸੇ ਤਰ੍ਹਾਂ ਹੀ ਐਲਬਰਟ ਆਇਨਸਟਾਈਨ ਨੇ ਮਾਸ ਤੇ એનર્ਜੀ ਇਕੁਇਵਲੈਂਸ ਦੱਸਿਆ, E = mc², ਕਿ એનર્ਜੀ ਤੇ ਮਾਸ ਇੱਕ ਦੂਜੇ ਦੇ ਵਿੱਚ ਬਦਲੇ ਜਾ ਸਕਦੇ ਨੇ, ਇਹ ਗੱਲ ਉਹਨੇ ਕੀਤੀ। ਸੋ ਇਹ ਨੇ ਕੁਝ ਯੂਨੀਫਿਕੇਸ਼ਨ ਥਿਓਰੀ ਦੀਆਂ ਐਗਜ਼ਾਮਪਲ, ਜਿਹਦੇ ਵਿੱਚ ਸਾਇੰਟਿਸਟ ਨੇ ਬਹੁਤੀਆਂ ਚੀਜ਼ਾਂ ਨੂੰ ਇੱਕ ਥਿਓਰੀ ਨਾਲ ਐਕਸਪਲੇਨ ਕਰਕੇ ਜੋੜਨ ਦੀ ਕੋਸ਼ਿਸ਼ ਕੀਤੀ। ਅੱਗੇ ਅਸੀਂ ਗੱਲ ਕਰੀਏ ਸਕੋਪ ਆਫ ਫਿਜ਼ਿਕਸ ਦੀ। ਕੀ ਸਕੋਪ ਦਾ ਮਤਲਬ ਹੈ ਉਸ ਚੀਜ਼ ਦਾ ਐਕਸਪੈਂਸ, ਉਸ ਚੀਜ਼ ਦਾ ਪਸਾਰਾ, ਵੀ ਇਹ ਕਿੰਨੀ ਕੁ ਫੈਲੀ ਹੋਈ ਹੈ, ਇਹਦਾ ਦਾਇਰਾ ਕਿੰਨਾ ਹੈ, ਕਿੰਨਾ ਕੁ ਏਰੀਆ ਇਹ ਕਵਰ ਕਰਦੀ ਹੈ, ਕਿੱਥੇ ਕੁ ਤੱਕ ਇਹਦਾ ਅਸਰ ਹੈ। ਤਾਂ ਜੇ ਅਸੀਂ ਦੇਖੀਏ ਇਹਨੂੰ ਧਿਆਨ ਨਾਲ, ਤਾਂ ਸਾਡੇ ਆਲੇ ਦੁਆਲੇ ਜੋ ਕੁਝ ਵੀ ਵਾਪਰ ਰਿਹਾ ਹੈ, ਘਟ ਰਿਹਾ ਹੈ, ਅਸੀਂ ਤੁਰ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਦੇਖ ਰਹੇ ਹਾਂ, ਖਾ ਰਹੇ ਹਾਂ, ਹੈ ਨਾ, ਸੋਚ ਰਹੇ ਹਾਂ, ਜਾਂ ਆਲੇ ਦੁਆਲੇ ਦਿਨ ਚੜ੍ਹਦਾ ਹੈ, ਰਾਤ ਹੁੰਦੀ ਹੈ, ਕੁਝ ਵੀ ਸਾਡੇ ਆਲੇ ਦੁਆਲੇ ਮਕੈਨੀਕਲ ਚੀਜ਼ਾਂ ਤੁਰ ਫਿਰ ਰਹੀਆਂ ਨੇ, ਗੱਡੀਆਂ ਚੱਲ ਰਹੀਆਂ ਨੇ, ਪੱਖੇ ਚੱਲ ਰਹੇ ਨੇ, ਜਾਂ ਟੀਵੀ, ਫੋਨਸ, ਜੋ ਕੁਝ ਵੀ ਹੈ ਉਹ ਸਭ ਕੀ ਹੈ, ਫਿਜ਼ਿਕਸ ਦੇ ਦਾਇਰੇ ਦੇ ਵਿੱਚ ਹੀ ਆਉਂਦਾ। ਸੋ ਜੇ ਅਸੀਂ ਦੇਖੀਏ ਮਾਈਕਰੋਸਕੋਪਿਕ ਲੈਵਲ ਤੇ ਸਭ ਤੋਂ ਛੋਟਾ ਸਾਈਜ਼ ਹੈ ਨਿਊਕਲੀਅਸ ਦਾ ਸਾਈਜ਼, ਜੋ ਇਸ ਲੈਵਲ ਤੇ, ਵੈਸੇ ਤਾਂ ਉਦੋਂ ਛੋਟੀ ਚੀਜ਼ਾਂ ਵੀ ਬਹੁਤ ਨੇਗੀਆਂ, ਪ੍ਰੋਟੋਨ, ਨਿਊਟਰੋਨ ਨੇ, ਗਲੂਓਨ ਨੇ, ਹੋਰ ਕੁਝ ਵੀ ਹੈ, ਬਟ ਫਿਲਹਾਲ ਜੇ ਆਪਾਂ ਗੱਲ ਕਰੀਏ ਮਾਈਕਰੋਸਕੋਪਿਕ ਤੇ, ਤਾਂ ਉਹ ਹੈ ਸਾਈਜ਼ ਆਫ ਦਾ ਨਿਊਕਲੀਅਸ, ਜੋ ਤੁਸੀਂ ਇੱਥੇ ਦੇਖ ਸਕਦੇ ਹੋ। ਨਿਊਕਲੀਅਸ ਦਾ ਜਿਹੜਾ ਸਾਈਜ਼ ਹੈ, ਨਿਊਕਲੀਅਰ ਸਾਈਜ਼, ਉਹ ਹੈ 10⁻⁻14 ਮੀਟਰ। ਤੇ ਜੇ ਅਸੀਂ ਆਪਦੀ ਦੁਨੀਆ 'ਚ ਗੱਲ ਕਰੀਏ ਵੱਡੇ ਲੈਵਲ ਤੇ, ਸਭ ਤੋਂ ਵੱਡਾ ਸਾਈਜ਼ ਕਿਹੜਾ ਹੈ, ਉਹ ਹੈ ਸਾਈਜ਼ ਆਫ ਦਾ ਯੂਨੀਵਰਸ, ਉਹ ਹੈ 10⁻26 ਮੀਟਰ। ਇਹ ਉਹ ਯੂਨੀਵਰਸ ਦਾ ਸਾਈਜ਼ ਹੈ ਜਿਹੜਾ ਓਬਜ਼ਰਵੇਬਲ ਹੈ, ਮਤਲਬ ਜਿੱਥੋਂ ਲਾਈਟ ਸਾਡੇ ਤੱਕ ਪਹੁੰਚ ਗਈ, ਹਲੇ ਜਿਹੜਾ ਸਾਨੂੰ ਹਲੇ ਦਿਖਿਆ ਹੈ, ਉਦੋਂ ਪਰੇ ਵੀ ਯੂਨੀਵਰਸ ਹੈ ਜਿੱਥੋਂ ਲਾਈਟ ਹਾਲੇ ਤੱਕ ਸਾਡੇ ਕੋਲ ਨਹੀਂ ਆਈ। ਸੋ ਦਿਸ ਇਜ਼ ਦਾ ਸਾਈਜ਼ ਆਫ ਓਬਜ਼ਰਵੇਬਲ ਯੂਨੀਵਰਸ। ਤਾਂ ਹੁਣ ਜੇ ਆਪਾਂ ਟਾਈਮ ਦੀ ਗੱਲ ਕਰੀਏ, ਵੀ ਟਾਈਮ ਦਾ ਸਕੇਲ, ਇਹ ਤਾਂ ਹੋ ਗਈ ਦੇਖੋ ਲੈਂਥ ਦੀ ਗੱਲ, ਸਾਈਜ਼ ਦੇ ਵਿੱਚ ਆਪਾਂ ਗੱਲ ਕੀਤੀ ਲੈਂਥ ਦੀ, ਹੁਣ ਆਪਾਂ ਟਾਈਮ ਦੀ ਗੱਲ ਕਰਦੇ ਹਾਂ। ਤਾਂ ਸਕੇਲ ਆਫ ਟਾਈਮ ਦੇਖੋ T1, ਸਕੇਲ ਆਫ ਟਾਈਮ T1, ਲੈਂਥ ਨੂੰ ਵੈਲੋਸਿਟੀ ਨਾਲ ਡਿਵਾਈਡ ਕੀਤਾ, ਕਿਹੜੀ ਵੈਲੋਸਿਟੀ ਨਾਲ, ਲਾਈਟ ਦੀ ਵੈਲੋਸਿਟੀ ਨਾਲ ਡਿਵਾਈਡ ਕੀਤਾ, ਕਿਉਂਕਿ ਉਹ ਲਾਰਜੈਸਟ ਵੈਲੋਸਿਟੀ ਹੈ ਇਸ ਯੂਨੀਵਰਸ 'ਚ ਪੋਸੀਬਲ। ਲਾਈਟ ਦੀ ਸਪੀਡ ਤੋਂ ਜ਼ਿਆਦਾ ਕੋਈ ਚੀਜ਼ ਨਹੀਂ ਹੋ ਸਕਦੀ, ਕਿਸੇ ਚੀਜ਼ ਦੀ ਸਪੀਡ ਨਹੀਂ ਹੋ ਸਕਦੀ। ਸੋ ਵੱਡਾ ਸਾਈਜ਼ ਯੂਨੀਵਰਸ ਦਾ ਸੀਗਾ 10⁻26, ਉਹਨੂੰ ਲਾਈਟ ਦੀ ਸਪੀਡ ਨਾਲ ਡਿਵਾਈਡ ਕੀਤਾ, ਤਾਂ ਸਾਡੇ ਕੋਲੇ 26 ਦੇ ਵਿੱਚੋਂ 8 ਮਾਈਨਸ ਕਰਕੇ 18 ਆ ਗਿਆ। ਤਾਂ ਨੀਅਰਲੀ 10⁻18 ਸੈਕਿੰਡ, ਮਤਲਬ ਇੱਕ ਨਾਲ 18 ਜ਼ੀਰੋ ਲਗਾ ਦਿਓ, ਇੰਨੇ ਸੈਕਿੰਡ, ਤਾਂ ਬਹੁਤ ਜ਼ਿਆਦਾ ਟਾਈਮ ਹੈ। ਠੀਕ, ਤਾਂ ਇੰਨੇ ਜ਼ਿਆਦਾ ਸੈਕਿੰਡ, ਤਾਂ ਇਹਦਾ ਮਤਲਬ ਹੈ ਇਹ ਹੈ ਸਭ ਤੋਂ ਵੱਡਾ ਟਾਈਮ ਦਾ
टाइम की वैल्यू, टाइम का स्केल। जे आप हुण मोलीकुलर लैवल ते आ जाइए तो फिर आप T2 टाइम देखते हैं, T2 टाइम। तो ये असीं की करते हैं, मोलीकुलर स्केल सी जिहड़ा 10⁻⁻14 ਉਹਨੂੰ ਅਸੀਂ लाइट की स्पीड नाल डिवाइड करते हैं, फिर साडे कोल आउंदा 10⁻22 सैकेंड। ये सब तो छोटा टाइम है। सब तो बड़ा 10⁻18 सैकेंड, सब तो छोटा 10⁻22 सैकेंड। तो देखो पसारा किड्डा वड्डा है, इन्ने छोटे टाइम तो लैके इन्ने वड्डे टाइम तक, फिर इन्ने छोटे साइज़ तो लैके इन्ने वड्डे साइज़ तक फिजिक्स जिहड़ी है वो अपना काम करती है। फिर मास की गल करिए, 10⁻31 kg ये इलैक्ट्रॉन का मास है। तो उस तो बाद जे असी 10⁻56 की गल करिए, दिस इज़ दी मास ऑफ ऑब्जर्वेबल यूनीवर्स, ये यूनीवर्स का मास है। सो इन्ना वड्डा दायरा है फिजिक्स का। फिर उस तो बाद है एक्साइटमेंट इन फिजिक्स। फिजिक्स के विच बहुत ज़्यादा एक्साइटमेंट है, बहुत सारिया चीज़ां सानू फैसीनेट करदियां ने, हैरान करदियां ने। असी देखते हैं जदों भी कदे असी अपने मोबाइल तो डाटा ट्रांसफर करते हैं दूसरे के फोन पर, चाहे वो सॉन्ग है, कोई मूवी है, कोई फाइल है, कोई डॉक्यूमेंट है, कुछ भी है, तो वो डाटा हूबहू जिमें थोड़े फोन च है बिल्कुल उस तरह का ही दूसरे के फोन च चला जाता, तो तुहानूं कितों दी जांदा भी नहीं दिखता भी कित्थों दी जा रहा है। तो ये कितनी हैरानी की गल है। सो दिस इज़ द एक्साइटमेंट। टीवी के उत्ते असीं लाइव टैलीकास्ट देख रहे हैं, उही घटना किते हो रही है, तो बिल्कुल उही कुछ सैकेंड या मिनटां के फर्क नाल तुहानूं तुहाडे टीवी के उत्ते लाइव दिख रही है। कमाल की गल है। तुसीं इत्थे बैठे किन्नी दूर, हज़ारां मील दूर अपने घरदियां नाल फोन ते गल कर सकते हो। जे कोई बाहरले देश दे विच बैठा होया उन्हां दी आवाज़ सुन सकते हो, उन्हां नूं देख सकते हो वीडियो कॉल दे जरिए। तो ये भी किड्डी वड्डी एक्साइटमेंट की गल है। सो बहुत ही मतलब रोचक ते हैरानीजनक चीज़ां जिहड़ियां ने वो फिजिक्स ने सानू दित्तियां ने, एडवांसमेंट ने सानू फिजिक्स की एडवांसमेंट ने सानू दित्तियां ने। तां एक्साइटमेंट इदां भी हुंदी है कि जिमें आर्केमिडीज़ सीगा, तां वैसे हसन वाली थोड़ी जी गल है। आर्केमिडीज़ नूं उहदे राजे ने कहा भी मेरा जिहड़ा मुकट है सोने का, तू इहदे सोने की शुद्धता दस सकदा है भी ये किन्ने शुद्ध सोने का बनया होया है, पर तैं इहनूं ना पिघलाउणा है ना तोड़ना है। तो आर्केमिडीज़ कहंदा जी चलो मैं कोशिश करूँगा। वो चलिया गया, नहा रहा सी बैठा बाथ टब दे विच। उन्हें बैठे बैठे ने महसूस किया भी जो मैं बाथ टब दे विच बैठांगा पानी दे विच, तां मेरा शरीर मैनूं हल्का हल्का लग रहा, मैनूं वजन घटिया होया लगदा। तो ये मतलब जिमें ही गल उहदे दिमाग 'च आई भी पानी जिहड़ा है वो चीज़ां दे उत्ते फोर्स लाउंदा, जिहनूं बॉइंट फोर्स कहने आ असीं, ते चीज़ां हौलीआं हो जांदियां ने वजन दे विच। वो सोच के मतलब उन्होंने इन्नी एक्साइटमेंट हुई कि उन्होंने ध्यान नहीं रहा भी मैं नहाउण की स्थिति च मैं कपड़े पाए ने नहीं पाए। वो अं भज गया बाहर तो यूरेका यूरेका करन लग गया। यूरेका का मतलब सी आई हैव फाउंड इट, भी मैं लभ लिया है। तो उत्थों ही फिर लॉ ऑफ फ्लोटेशन की गल चली जो उन्हें दिते आर्किमिडीज़ ने। उन्हें की कीता सीगा, उन्हें कड्ढी सी रिलेटिव डेंसिटी, जो कि तुसीं 9th क्लास दे विच पढ़ी है। रिलेटिव डेंसिटी जिस च तुसीं किसी चीज़ का भार पहला वैसे ही तोलते हो, ठीक है, इदां ही कंडे ते रख के चीज़ नूं, फिर वो चीज़ का भार तोलते हो जदों उहनूं पानी च डुबोया हुंदा। तो फिर दोनों चीज़ों की रेशो लैंदे हो तुसीं, मास ऑफ द बॉडी इन एयर एंड मास ऑफ द बॉडी इन वाटर। तो फिर तुहानूं की पता लगता है, रिलेटिव डेंसिटी पता लगती है। तो उन्हें कहा भी सोने की शुद्धता भी अं लभी जा सकती है, भी मैं जिहड़ा असली सोना है उहदी रिलेटिव डेंसिटी कढ़ लैना पहला, फिर राजे दे मुकट नूं तोल के देख लांगे। जे तां वो बराबर आ गया फिर तां वो शुद्ध है, जे माड़ा मोटा फर्क आया तो वो उन्ना ही मैं फर्क दस दूंगा। सो दैट वॉज द एक्साइटमेंट। सो इस तरह नाल फिजिक्स जिहड़ी है वो सानू एक्साइट करती है। सो जिवें हुण तुसीं इत्थे देख सकते हो, सम बेसिक कंसैप्ट्स, लॉज, डाइवर्सिंग फिनोमिनाज, डिजाइनिंग द यूजफुल डिवाइसिस, फिर यूनीवर्स के बारे असी जानते हैं, और बैठे असी गैलैक्सीज़ नूं देखते हैं, एक्सप्लोर करते हैं टैलीस्कोप के नाल। दूर दूर तक दे जिहड़ियां गैलैक्सीज़ ने, प्लैनेट्स ने, उन्हां दे सिग्नल्स रिसीव करते हैं असी दूसरे प्लैनेट्स के उत्ते अपने जिहड़े रोबोट्स ने वो भेजे हुए ने, वो उत्थों इन्वैस्टिगेट कर रहे हैं कि एनवायरनमेंट जिहड़ा वो की सूटेबल है रहण वास्ते।
ਸੋ ਆਲ ਥੀਸ ਥਿੰਗਸ ਐਕਸਾਈਟ ਅਸ, ਫੈਸੀਨੇਟ ਅਸ। ਉਸ ਤੋਂ ਬਾਅਦ ਸਾਡੇ ਟੀਵੀ ਬਹੁਤ ਦੂਰ ਦਰਾਡੇ ਤੋਂ ਜੋ ਸਾਨੂੰ ਨਿਊਜ਼ ਮਿਲ ਜਾਂਦੀਆਂ ਨੇ। ਫਿਰ ਰੋਬੋਟਸ ਨੇ, ਸੈੱਲਫੋਨ, ਇੰਟਰਨੈਟ, ਕੰਪਿਊਟਰਸ ਨੇ ਸਾਡੇ। ਸੋ ਜਰਨੀ ਟੂ ਦਾ ਮੂਨ, ਮਾਰਸ ਐਂਡ ਅਦਰ ਪਲੈਨਟਸ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਕੀ ਕਰਦੀਆਂ ਨੇ, ਐਕਸਾਈਟ ਕਰਦੀਆਂ ਨੇ। ਸੋ ਦਿਸ ਇਜ਼ ਦੀ ਐਕਸਾਈਟਮੈਂਟ। ਉਸ ਤੋਂ ਬਾਅਦ ਫਿਜ਼ਿਕਸ ਦਾ ਰਿਲੇਸ਼ਨ ਦੂਸਰੀਆਂ ਬ੍ਰਾਂਚਿਸ ਜਾਂ ਸਾਇੰਸਿਸ ਦੇ ਨਾਲ ਕੀ ਹੈ? ਫਸਟ ਆਫ ਆਲ ਹੈ ਮੈਥਮੈਟਿਕਸ ਦੇ ਨਾਲ। ਮੈਥਮੈਟਿਕਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਤੁਹਾਨੂੰ 10th ਦੇ ਵਿੱਚ ਲੱਗਦੀਆਂ ਹੋਣਗੀਆਂ, ਯਾਰ ਇਹ ਕਿਉਂ ਪੜ੍ਹੀ ਜਾਂਦੇ ਆ, ਯਾਰ ਅਲਜਬਰਾ ਕਿਉਂ ਪੜ੍ਹੀ ਜਾਂਦੇ ਆਪਾਂ, ਕਿੱਥੇ ਕੰਮ ਆਉਂਦਾ ਇਹ, ਹੈ ਨਾ। ਟ੍ਰਿਗਨੋਮੈਟਰੀ ਕੀ ਪੜ੍ਹੀ ਜਾਂਦੇ ਆ ਆਪਾਂ, ਇਹ ਕਿੱਥੇ ਕੰਮ ਆਉਂਦੀ ਹੈ। ਸਾਈਨ ਥੀਟਾ, ਕਾਸ ਥੀਟਾ ਕਰੀ ਜਾਂਦੇ ਆਗੇ ਰੱਟਾ ਮਾਰ ਕੇ, ਇੰਨੀਆਂ ਐਕਸਰਸਾਈਜ਼ਸ, ਇੰਨੇ ਔਖੇ ਸਵਾਲ ਨੇ, ਕਿੱਥੇ ਕੰਮ ਆਉਂਦੇ ਨੇ ਇਹ, ਹੈ ਨਾ। ਹੋਰ ਵੀ ਬਹੁਤ ਸਾਰੇ ਚੈਪਟਰਸ ਨੇ। ਤਾਂ ਉਹ ਐਕਚੁਅਲੀ ਮੈਥਮੈਟਿਕਸ ਦੇ ਵਿੱਚ ਜਿਹੜੀਆਂ ਤੁਸੀਂ ਇਹ ਚੀਜ਼ਾਂ ਪੜ੍ਹਦੇ ਹੋ ਉਹ ਅਪਲਾਈ ਹੁੰਦੀਆਂ ਨੇ ਫਿਜ਼ਿਕਸ ਦੇ ਵਿੱਚ। ਜਿਵੇਂ ਇੱਕ ਔਜ਼ਾਰ ਬਣਾਇਆ ਕਿਸੇ ਨੇ, ਟੂਲ ਬਣਾਇਆ, ਕੋਈ ਸੰਦ ਬਣਾਇਆ, ਕੋਈ ਚਾਬੀ ਇਹ ਬਣਾ ਲਈ, ਹਥੌੜਾ ਬਣਾ ਲਿਆ, ਉਹਦਾ ਉਦੋਂ ਤੱਕ ਕੋਈ ਇਸਤੇਮਾਲ ਨਹੀਂ ਜਦੋਂ ਤੱਕ ਉਹਨੂੰ ਵਰਤਣ ਵਾਸਤੇ ਸਹੀ ਜਗ੍ਹਾ ਨਹੀਂ ਲੱਭਦੀ। ਇਵੇਂ ਜਿਵੇਂ ਮੈਥਮੈਟਿਕਸ ਦੇ ਵਿੱਚ ਜਿਹੜੇ ਅਸੀਂ ਪੜ੍ਹਦੇ ਹਾਂ ਅਲਜਬਰਾ, ਟ੍ਰਿਗਨੋਮੈਟਰੀ ਜਾਂ ਹੋਰ ਚੈਪਟਰਸ ਨੇ ਜਿਹੜੇ, ਉਹ ਟੂਲਸ ਨੇ। ਦੋਜ਼ ਟੂਲਸ ਆਰ ਯੂਜ਼ਡ ਇਨ ਫਿਜ਼ਿਕਸ। ਫਿਜ਼ਿਕਸ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ, ਅਸੀਂ ਥਿਊਰੀ ਬਣਾਉਂਦੇ ਹਾਂ। ਥਿਊਰੀ ਤੋਂ ਫਿਰ ਸਾਨੂੰ ਮੈਥਮੈਟੀਕਲ ਫਾਰਮੂਲੇਸ਼ਨ ਚਾਹੀਦੀ ਹੁੰਦੀ ਹੈ। ਫਿਰ ਅਸੀਂ ਉਹ ਮੈਥ ਦੇ ਵਿੱਚੋਂ ਕੋਈ ਟੂਲ ਚੱਕਦੇ ਹਾਂ, ਚਾਹੇ ਅਲਜਬਰਾ 'ਚ ਹੋਵੇ, ਚਾਹੇ ਕੋਈ ਟ੍ਰਿਗਨੋਮੈਟਰੀ 'ਚ ਹੋਵੇ, ਅਸੀਂ ਫਿਰ ਉਹਨੂੰ ਉਹ 'ਚ ਅਪਲਾਈ ਕਰਦੇ ਹਾਂ। ਸੋ ਇਸ ਤਰੀਕੇ ਨਾਲ ਫਿਜ਼ਿਕਸ ਮੈਥ ਨਾਲ ਜੁੜੀ ਹੋਈ ਹੈ। ਫਿਰ ਫਿਜ਼ਿਕਸ ਇਨ ਕੈਮਿਸਟਰੀ ਨਾਲ ਕਿਵੇਂ ਜੁੜੀ ਹੈ? ਹੁਣ ਫਿਜ਼ਿਕਸ ਦੇ ਵਿੱਚ ਡਿਸਕਵਰੀਜ਼ ਹੋਈਆਂ ਨੇ ਰੇਡੀਓ ਐਕਟੀਵਿਟੀ ਦੀਆਂ, ਐਕਸਰੇਜ਼ ਦੀਆਂ, ਹੈ ਨਾ, ਸਕੈਨ ਕਰਦੀਆਂ ਨੇ ਬੋਡੀਜ਼। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੈਮਿਸਟਰੀ ਦੇ ਵਿੱਚ ਸਾਨੂੰ ਹੈਲਪ ਕਰਦੀਆਂ ਨੇ ਮਾਲੀਕਿਊਲ ਸਟਰਕਚਰ ਜਿਹੜੀ ਹੈ ਜਾਂ ਬੌਂਡਿੰਗ ਹੈ ਉਸਨੂੰ ਸਟੱਡੀ ਕਰਨ ਵਾਸਤੇ। ਸੋਲਿਡਸ ਨੇ ਜਿਹੜੇ, ਉਹਨਾਂ ਨੂੰ ਸਟੱਡੀ ਕਰਨ ਵਾਸਤੇ, ਤਾਂ ਕਿ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਪੀਰੀਓਡਿਕ ਟੇਬਲ ਦੇ ਵਿੱਚ ਅਰੇਂਜ ਕਰ ਸਕੀਏ। ਫਿਰ ਬਾਇਓਲੋਜੀ ਦੇ ਵਿੱਚ ਦੇਖ ਸਕਦੇ ਹਾਂ ਅਸੀਂ ਮਾਈਕਰੋਸਕੋਪ, ਜੋ ਫਿਜ਼ਿਕਸ ਦੀ ਦੇਣ ਹੈ। ਉਸ ਨਾਲ ਅਸੀਂ ਮਾਈਕਰੋ ਆਰਗੈਨਿਜ਼ਮ ਨੂੰ ਦੇਖਦੇ ਹਾਂ। ਸਾਡੇ ਹੋਰ ਚੀਜ਼ਾਂ ਜਿਹੜੀਆਂ ਨੇਗੀਆਂ ਸਰੀਰ ਨਾਲ ਜੁੜੀਆਂ ਹੋਈਆਂ, ਚਾਹੇ ਉਹ ਕੋਈ ਪੈਰਾਸਾਈਟ ਹੈ, ਚਾਹੇ ਕੋਈ ਬੈਕਟੀਰੀਆ ਹੈ, ਚਾਹੇ ਵਾਇਰਸ ਹੈ, ਅਸੀਂ ਉਹਨਾਂ ਨੂੰ ਸਟੱਡੀ ਕਰਦੇ ਹਾਂ। ਐਕਸਰੇਜ਼ ਨਾਲ ਅਸੀਂ ਡਾਇਗਨੋਸ ਕਰਦੇ ਹਾਂ ਬੰਦਿਆਂ ਨੂੰ ਵੀ ਇਹਦੇ ਸਰੀਰ ਦੇ ਵਿੱਚ ਕੀ ਪ੍ਰੋਬਲਮ ਹੈ, ਫ੍ਰੈਕਚਰਸ ਵਗੈਰਾ ਨਾਲ। ਫਿਰ ਜਿਹੜੇ ਰੇਡੀਓ ਆਈਸੋਟੋਪਸ ਨੇ, ਉਹ ਮਟੀਰੀਅਲਸ ਜਿਹੜੇ ਰੇਡੀਓ ਐਕਟਿਵ ਨੇ ਉਹਨਾਂ ਦੇ ਆਈਸੋਟੋਪਸ, ਉਹਨਾਂ ਨਾਲ ਅਸੀਂ ਕੈਂਸਰ ਨੂੰ ਟਰੀਟ ਕਰਦੇ ਹਾਂ। ਫਿਰ ਜਿਓਲੋਜੀ ਦੇ ਵਿੱਚ ਕੀ ਹੈ ਕਿ ਅਸੀਂ ਸਟੱਡੀ ਕਰਦੇ ਹਾਂ ਅਰਥ ਦੇ ਉੱਤੇ ਜਿਹੜੀਆਂ ਰੌਕਸ ਨੇ, ਮਿਨਰਲਸ ਨੇ, ਉਹ ਕਿੰਨੇ ਪੁਰਾਣੇ ਨੇ। ਕੋਈ ਮੀਟੀਓਰਾਇਡ ਡਿੱਗਿਆ ਧਰਤੀ ਦੇ ਉੱਤੇ, ਹੈ ਨਾ, ਜਾਂ ਮਾਰਸ ਤੋਂ ਜਾਂ ਮੂਨ ਤੋਂ ਅਸੀਂ ਮਿੱਟੀ ਦੇ ਸੈਂਪਲ ਲਿਆਂਦੇ ਨੇ, ਉਹਨਾਂ ਨੂੰ ਅਸੀਂ ਸਟੱਡੀ ਕਰਦੇ ਹਾਂ ਵਿਦ ਦਾ ਹੈਲਪ ਆਫ ਫਿਜ਼ਿਕਸ। ਇਹਦੇ 'ਚ ਇੱਕ ਹੋਰ ਚੀਜ਼ ਆ ਜਾਂਦੀ ਹੈ, ਇਸਨੂੰ ਅਸੀਂ ਕਾਰਬਨ ਡੇਟਿੰਗ ਤੇ ਯੂਰੇਨੀਅਮ ਡੇਟਿੰਗ ਕਹਿੰਦੇ ਹਾਂ, ਜਾਂ ਰੇਡੀਓ ਐਕਟੀਵਿਟੀ। ਐਕਚੁਅਲੀ ਯੂਰੇਨੀਅਮ ਡੇਟਿੰਗ ਤੇ ਕਾਰਬਨ ਡੇਟਿੰਗ ਰੇਡੀਓ ਐਕਟੀਵਿਟੀ ਨਾਲ ਹੀ ਜੁੜੇ ਹੋਏ ਨੇ। ਸਾਰੇ ਜਿਉਂਦੀਆਂ ਚੀਜ਼ਾਂ ਦੇ ਵਿੱਚ ਕਾਰਬਨ ਹੁੰਦੀ ਹੈ। ਕਾਰਬਨ ਦਾ ਜੋ ਆਈਸੋਟੋਪ ਹੈ, ਰੇਡੀਓ ਐਕਟਿਵ ਆਈਸੋਟੋਪ, ਉਹ ਹੁੰਦਾ ਹੈਗਾ। ਅਤੇ ਉਹ ਕਾਰਬਨ ਲਗਾਤਾਰ ਡਿਸਇੰਟੀਗ੍ਰੇਟ ਹੁੰਦੀ ਰਹਿੰਦੀ ਹੈ ਅਤੇ ਬਣਦੀ ਰਹਿੰਦੀ ਹੈ। ਜਦੋਂ ਕੋਈ ਚੀਜ਼ ਮਰ ਜਾਂਦੀ ਹੈ ਤਾਂ ਫਿਰ ਉਹ ਡਿਸਇੰਟੀਗ੍ਰੇਟ ਹੀ ਹੁੰਦੀ ਹੈ, ਬਣਦੀ ਨਹੀਂ। ਤਾਂ ਉਸ ਦੀ ਡੇਟਿੰਗ ਕਰਕੇ ਅਸੀਂ ਇਹ ਪਤਾ ਲਾ ਲੈਂਦੇ ਹਾਂ ਕਿ ਇਹ ਚੀਜ਼ ਨੂੰ ਮਰੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ, ਇਹ ਫੋਸਿਲਸ ਕਿੰਨੇ ਪੁਰਾਣੇ ਨੇ। ਸਿਮਿਲਰਲੀ ਯੂਰੇਨੀਅਮ ਡੇਟਿੰਗ ਹੁੰਦੀ ਹੈ, ਉਹ ਨੋਨ ਲਿਵਿੰਗ ਥਿੰਗਸ ਵਾਸਤੇ ਹੁੰਦੀ ਹੈ। ਰੌਕਸ ਨੇ, ਮੈਟਲਸ ਨੇ, ਓਰਸ ਨੇ, ਜਾਂ ਆਪਣੇ ਹੋਰ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਨੋਨ ਲਿਵਿੰਗ, ਕੋਈ ਮੀਟੀਓਰਾਇਡ ਡਿੱਗਿਆ, ਕੋਈ ਪੱਥਰ ਹੈ, ਕਿ ਇਹ ਕਿੰਨਾ ਪੁਰਾਣਾ ਹੈ। ਆਦਿ ਮਾਨਵ ਦੇ ਜ਼ਮਾਨੇ ਦੀਆਂ ਜਿਹੜੀਆਂ ਗੁਫਾਵਾਂ ਨੇ, ਉੱਥੇ ਬਣੀ ਹੋਈ ਚਿੱਤਰਕਾਰੀ ਹੈ ਜਾਂ ਔਜ਼ਾਰ ਨੇ, ਉਹ ਕਿੰਨੇ ਪੁਰਾਣੇ ਨੇ, ਜਾਂ ਕਿਤੇ ਕੋਈ ਹੱਡੀਆਂ ਮਿਲਦੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਕਾਰਬਨ ਡੇਟਿੰਗ ਤੇ ਯੂਰੇਨੀਅਮ ਡੇਟਿੰਗ ਦੇ ਨਾਲ ਪਤਾ ਕਰਦੇ ਹਾਂ। ਸੋ ਦਿਸ ਇਜ਼ ਦਾ ਰਿਲੇਸ਼ਨ ਆਫ ਫਿਜ਼ਿਕਸ ਟੂ ਦਾ ਅਦਰ ਸਾਇੰਸਿਸ। ਸੋ ਨੈਕਸਟ ਹੈ ਰਿਲੇਸ਼ਨ ਆਫ ਦਾ ਫਿਜ਼ਿਕਸ ਵਿਦ ਦਾ ਸੋਸਾਇਟੀ ਦੇ ਨਾਲ। ਤੇ ਫਿਜ਼ਿਕਸ ਜਿਹੜੀ ਆ ਉਹ ਬੜੀ ਡੀਪਲੀ ਜੁੜੀ ਹੋਈ ਹੈ। ਫੋਨ ਤੋਂ ਬਿਨਾਂ ਅੱਜ ਕੱਲ੍ਹ ਸ਼ਾਇਦ ਆਪਾਂ ਜਿਉਂਦੇ ਨਹੀਂ ਰਹਿ ਸਕਦੇ। ਆਪਣੀ 6ਵੀਂ 7ਵੀਂ ਸੈਂਸ ਬਣਦੀ ਜਾ ਰਹੀ ਹੈ। ਸੋ ਦਿਸ ਇਜ਼ ਆਲ ਬਿਕੋਜ਼ ਆਫ ਫਿਜ਼ਿਕਸ। ਫਿਰ ਸੋਰਸਿਸ ਆਫ ਐਨਰਜੀ, ਸਾਨੂੰ ਲਾਈਟ ਮਿਲਦੀ ਹੈ,
ਇਲੈਕਟ੍ਰਿਸਿਟੀ, ਹੋਰ ਸਹੂਲਤਾਂ ਨੇ ਜਿਹੜੀਆਂ ਸਾਨੂੰ ਸਾਇੰਸ ਜਾਂ ਫਿਜ਼ਿਕਸ ਦੀ ਡਿਵੈਲਪਮੈਂਟ ਨੇ ਦਿੱਤੀਆਂ ਨੇਗੀਆਂ। ਆਉਣ ਜਾਣ ਵਾਸਤੇ ਸਾਨੂੰ ਸਾਧਨ ਦਿੱਤੇ ਨੇ। ਅਸੀਂ ਘੰਟਿਆਂ ਦਾ ਸਫ਼ਰ ਮਿੰਟਾਂ ਦੇ ਵਿੱਚ ਅਤੇ ਮਿੰਟਾਂ ਦਾ ਜਿਹੜਾ ਹੈਗਾ ਉਹ ਸੈਕਿੰਡਸ ਦੇ ਵਿੱਚ ਕਰਨ ਜੋਗੇ ਹੋ ਚੁੱਕੇ ਹਾਂ। ਜਹਾਜ਼ ਰਾਹੀਂ ਹੋਵੇ, ਕਾਰਾਂ ਰਾਹੀਂ ਹੋਵੇ, ਬੁਲੇਟ ਟ੍ਰੇਨ ਰਾਹੀਂ ਹੋਵੇ, ਇਸ ਤਰੀਕੇ ਨਾਲ। ਸੋ ਫਿਰ ਰੇਡੀਓ, ਟੈਲੀਵਿਜ਼ਨ, ਇਹ ਡਿਸਕਵਰੀਜ਼ ਨੇ ਵੀ ਸਾਨੂੰ ਬਹੁਤ ਜਿਹੜਾ ਹੈਲਪ ਕੀਤਾ ਹੈ, ਸਾਡੀ ਲਾਈਫ ਆਸਾਨ ਕੀਤੀ ਹੈ। ਮਸ਼ੀਨਸ ਨੇ ਬਹੁਤ ਜ਼ਿਆਦਾ ਸਾਨੂੰ ਹੈਲਪ ਕੀਤਾ ਹੈ। ਫਿਰ ਨੈਕਸਟ ਗ੍ਰੈਵੀਟੇਸ਼ਨਲ ਫੋਰਸਿਸ ਬਾਰੇ ਤੁਸੀਂ ਪੜ੍ਹਿਆ ਹੈ 10th ਕਲਾਸ ਦੇ ਵਿੱਚ। ਆਪਣੇ ਨੇਚਰ ਦੇ ਵਿੱਚ 4 ਤਰ੍ਹਾਂ ਦੀਆਂ ਫੋਰਸਿਸ ਨੇ। ਉਹ ਚਾਰੇ ਫੋਰਸਿਸ ਆਪਾਂ ਅਗਲੇ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ।